ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ। ਮੈਂ ਕਿਰਨ ਕੌਰ ਤੇ ਚੈਨਲ ਵਿੱਚ ਤੁਹਾਡੇ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅੱਜ ਕਹਾਣੀ ਮਿੱਧੇ ਹੋਏ ਫੁੱਲ ਦਾ ਦੂਸਰਾ ਭਾਗ ਲੈ ਕੇ ਹਾਜ਼ਰ ਹੋਏ ਹਾਂ। ਉਮੀਦ ਹੈ ਪਿਆਰ ਦਿਓਗੇ। ਘਰਵਾਲੀ ਦੀ ਜ਼ੁਬਾਨੀ ਮੈਨੂੰ ਪਤਾ ਲੱਗਾ ਕਿ ਬੀਬੀ ਜੀ ਦੀ ਰਾਤ ਤਾਂ ਕੁਝ ਆਰਾਮ ਨਾਲ ਬੀਤੀ ਸੀ, ਪਰ ਸਵੇਰੇ ਸਾਰ ਫਿਰ ਬੇਹੋਸ਼ ਹੋ ਗਏ। ਬੇਹੋਸ਼ ਹੋਣ ਤੋਂ ਪਹਿਲਾਂ ਕੁਝ ਇਸ ਤਰ੍ਹਾਂ ਬੜਬੜਾ ਰਹੇ ਸਨ। ਆ ਗਈ, ਮੇਰੀ ਮੌਤ ਆ ਗਈ, ਮੈਨੂੰ ਛੇਤੀ ਲੈ ਚੱਲੋ, ਮੈਂ ਇੱਥੇ ਨਹੀਂ ਬਚਾਂਗੀ। ਇਸ ਵੇਲੇ ਬੀਬੀ ਜੀ ਬੇਹੋਸ਼ ਤਾਂ ਨਹੀਂ ਸਨ, ਪਰ ਉਂਝ ਅੱਖ ਲੱਗੀ ਹੋਈ ਸੀ। ਮੈਨੂੰ ਉਹਨਾਂ ਦਾ ਹਾਲ ਸੁਣ ਕੇ ਬੜੀ ਚਿੰਤਾ ਹੋਈ। ਇਸ ਤੋਂ ਬਾਅਦ ਸ਼ਾਇਦ ਮੇਰੀ ਆਵਾਜ਼ ਸੁਣ ਕੇ ਉਹਨਾਂ ਦੀ ਜਾਗ ਖੁੱਲ੍ਹ ਗਈ। ਮੈਂ ਪੁੱਛਿਆ, ਤਬੀਅਤ ਦਾ ਕੀ ਹਾਲ ਜੀ? ਉਹ ਸਾਹਮਣੀ ਕੰਧ ਉੱਤੇ ਨਜ਼ਰ ਜਮਾਈ ਕਹਿਣ ਲੱਗੇ, ਵੀਰ ਜੀ, ਮੈਨੂੰ ਘਰ ਲੈ ਚੱਲੋ, ਛੇਤੀ ਕਰੋ। ਕਹਿੰਦਿਆਂ ਉਹ ਇਸ ਤਰ੍ਹਾਂ ਆਪਣੇ ਹੱਥ ਮਰੋੜਨ ਤੇ ਕੰਬਣ ਲੱਗ ਪਏ ਜੋ ਮੈਨੂੰ ਡਰ ਜਿਹਾ ਆਉਣ ਲੱਗਾ। ਨਜ਼ਰ ਉਹਨਾਂ ਦੀ ਬਰਾਬਰ ਕੰਧ ਵੱਲ ਸੀ। ਮੇਰਾ ਵੀ ਧਿਆਨ ਉੱਧਰ ਹੀ ਗਿਆ, ਪਰ ਉੱਥੇ ਕੁਝ ਵੀ ਨਹੀਂ ਸੀ। ਹਾਂ, ਸਾਹਮਣੇ ਬਾਰੀ ਦੀਆਂ ਸੀਖਾਂ ਨੂੰ ਬਾਹਰੋਂ ਕਿਸੇ ਦੇ ਦੋ ਮੈਲੇ ਹੱਥਾਂ ਨੇ ਘੁੱਟ ਕੇ ਫੜਿਆ ਹੋਇਆ ਸੀ ਤੇ ਦੋ ਭਿਆਨਕ ਜਿਹੀਆਂ ਅੱਖਾਂ ਬਾਰੀ ਦੇ ਸ਼ੀਸ਼ੇ ਨਾਲ ਲੱਗੀਆਂ ਦਿਖਾਈ ਦੇ ਰਹੀਆਂ ਸਨ। ਮੇਰੇ ਅੰਦਰੋਂ ਲਾਪਰਵਾਹ ਜਿਹੀ ਆਵਾਜ਼ ਨਿਕਲੀ, ਉਹੀ ਸ਼ੁਦੈਣ ਹੈ। ਛੇਤੀ ਲੈ ਚੱਲੋ ਮੈਨੂੰ ਵੀਰ ਜੀ, ਛੇਤੀ ਲੈ ਚੱਲੋ, ਮੈਂ ਇੱਥੇ ਨਹੀਂ ਰਹਿ ਸਕਦੀ। ਹਫਰਦਿਆਂ ਬੀਬੀ ਜੀ ਨੇ ਇਹ ਵਾਕ ਕਹੇ ਤੇ ਫਿਰ ਬੇਹੋਸ਼ ਹੋ ਕੇ ਮੰਜੇ ਤੇ ਫੈਲ ਗਏ। ਮੇਰੀ ਘਰਵਾਲੀ ਛੇਤੀ ਨਾਲ ਦੌੜ ਕੇ ਵੱਡੀ ਮਿਸ ਨੂੰ ਸੱਦ ਲਿਆਈ, ਕਿਉਂਕਿ ਉਸ ਦਾ ਹੁਕਮ ਸੀ ਜਦੋਂ ਵੀ ਦੌਰਾ ਪਵੇ ਮੈਨੂੰ ਬੁਲਾ ਲੈਣਾ। ਮਿਸ ਨੇ ਆ ਕੇ ਨਬਜ਼ ਦੇਖੀ, ਅੱਖਾਂ ਦੇ ਝੱਪਰ ਚੁੱਕੇ ਤੱਕੇ ਤੇ ਦਿਲ ਦੀ ਧੜਕਣ ਜਾਂਚੀ। ਫਿਰ ਕੋਈ ਦਵਾਈ ਮੰਗਾ ਕੇ ਉਹਨਾਂ ਦੇ ਨੱਕ ਪਾਸ ਰੱਖ ਕੇ ਸੁੰਘਾਈ, ਪਰ ਹੋਸ਼ ਨਾ ਫਿਰੀ। ਅਖੀਰ ਇਹ ਕਹਿੰਦੀ ਹੋਈ ਵਾਪਸ ਮੁੜੀ, ਚੰਗਾ ਹੋਵੇ ਜੇ ਤੁਸੀਂ ਇਸ ਨੂੰ ਘਰ ਲੈ ਜਾਓ, ਬਿਮਾਰੀ ਜ਼ਿਆਦਾ ਖਤਰਨਾਕ ਸੂਰਤ ਫੜਦੀ ਜਾਂਦੀ ਹੈ। ਉਸ ਕਮਰੇ ਦੇ ਬਾਕੀ ਮਰੀਜ਼ ਜੋ 6-7 ਸਨ, ਉਹ ਵੀ ਉਸ ਕਮਲੀ ਤੋਂ ਦੁਖੀ ਹੋ ਗਏ। ਝੱਟ ਬਾਰੀਆਂ ਨਾਲ ਲਮਕਦੀ ਹੈ, ਰਤਾ ਕੋ ਪਿੱਠ ਮੋੜੀ ਨਹੀਂ ਕਿ ਫੇਰ ਉੱਥੇ ਹੀ। ਅੱਗੇ ਸਰਦਾਰ ਜੀ ਕਿਸੇ ਮੁੰਡੇ ਦੇ ਉਦਣ ਰੋੜਾ ਮਾਰ ਕੇ ਬਾਰੀ ਦਾ ਸ਼ੀਸ਼ਾ ਤੋੜ ਸੁੱਟਿਆ ਸੀ ਤੇ ਵੱਡੀ ਮੇਮ ਮੈਨੂੰ ਵੱਡੂ ਵਾਉਂ ਕਰਨ ਟੈ ਪਈ। ਉਸਦੀ ਫਟਕਾਰ ਸੁਣ ਕੇ ਸ਼ੁਦੈਨ ਨੇ ਪੈਰਾਂ ਹੇਠੋਂ ਪੋਟਲੀ ਚੁੱਕੀ ਤੇ ਕੱਚੇ ਮਾਰ ਕੇ ਪਰਾਂ ਦਰਾਂਡੇ ਇੱਕ ਦਰਖਤ ਤੇ ਓਹਲੇ ਜਾ ਖਲੋਤੀ। ਮੈਂ ਖੁਸ਼ਮਾਦ ਦੇ ਲਹਿਜ਼ੇ ਵਿੱਚ ਚੌਕੀਦਾਰ ਨੂੰ ਕਿਹਾ, ਬਾਬਾ ਛੱਡ ਸੂਪਰੇ, ਕੀ ਸ਼ੁਦੈਨ ਦੇ ਮਗਰ ਪੈਣਾ ਏ? ਉਹ ਕੁਝ ਹਲੀਮੀ ਨਾਲ ਬੋਲਿਆ, ਸਰਦਾਰ ਜੀ, ਪਰ ਇਹਨੂੰ ਬੰਦਾ ਪੁੱਛੇ ਨਾ, ਭਈ ਪੜਵੀਏ, ਤੂੰ ਇੱਥੇ ਲੈਣ ਕੀ ਆਉਣੀ ਹੈ, ਮੁਖਤ ਦਾ ਮਰੂਦ। ਮੈਂ ਹੋਰ 2-4 ਮਿੱਠੀਆਂ ਗੱਲਾਂ ਕਰਕੇ ਚੌਕੀਦਾਰ ਨੂੰ ਠੰਡਿਆਂ ਕੀਤਾ ਤੇ ਇਸ ਤੋਂ ਬਾਅਦ ਮੈਂ ਉਸ ਦਰਖਤ ਪਾਸ ਜਾ ਕੇ ਸ਼ੁਦੈਨ ਨੂੰ ਗੌਰ ਨਾਲ ਦੇਖਣ ਲੱਗਾ। ਉਸਦੀ ਉਮਰ 30-33 ਵਰ੍ਹਿਆਂ ਤੋਂ ਜ਼ਿਆਦਾ ਨਹੀਂ ਸੀ ਜਾਪਦੀ। ਉਸਦੇ ਚਿਹਰੇ ਉੱਤੇ ਸ਼ਰਮ ਤੇ ਡਰ ਦੇ ਚਿੰਨ੍ਹ ਮੌਜੂਦ ਸਨ। ਉਸਦੇ ਨਕਸ਼ ਦੱਸਦੇ ਸਨ ਕਿ ਕਦੇ ਉਸਨੂੰ ਆਪਣੇ ਸੁਹੱਪਣ ਤੇ ਮਾਣ ਹੋਵੇਗਾ। ਕੁਝ ਚਿਰ ਲਈ ਮੈਨੂੰ ਬੀਬੀ ਜੀ ਦਾ ਚੇਤਾ ਭੁੱਲ ਗਿਆ। ਮੈਂ ਸੋਚ ਰਿਹਾ ਸਾਂ, ਇਸ ਨਿਕਰਮ ਦਾ ਭੂਤ, ਵਰਤਮਾਨ ਤੇ ਭਵਿੱਖ। ਕਿਉਂ ਕੁੜੀਏ, ਚੌਕੀਦਾਰ ਤੈਨੂੰ ਕਿਉਂ ਗੁੱਸਾ ਹੁੰਦਾ ਸੀ? ਕਹਿਣ ਤੋਂ ਬਾਅਦ ਮੈਂ 1-2 ਮਿੰਟ ਆਪਣੇ ਪ੍ਰਸ਼ਨ ਦਾ ਉੱਤਰ ਉਡੀਕਿਆ, ਪਰ ਉਸਨੇ ਕੁਝ ਨਾ ਕਿਹਾ। ਕੇਵਲ ਇੱਕ ਵਾਰੀ ਮੇਰੇ ਵੱਲ ਤੱਕੀ ਤੇ ਉਸਨੇ ਨਜ਼ਰ ਫੇਰ ਲਈ। ਮੈਨੂੰ ਉਹ ਜਾਪਿਆ ਜਿਵੇਂ ਉਹ ਮੈਨੂੰ ਨਫ਼ਰਤ ਕਰ ਰਹੀ ਹੈ। ਆਪਣੇ ਹੇਠਲੇ ਬੁੱਲ ਨੂੰ
ਦੰਦਾਂ ਹੇਠ ਦਬਾ ਕੇ, ਮੱਥੇ 'ਤੇ ਵੱਟ ਪਾ ਕੇ ਤੇ ਮੂੰਹ ਨੂੰ ਕੁਝ ਇਸ ਤਰ੍ਹਾਂ ਬਣਾ ਲਿਆ ਕਿ ਜਿਵੇਂ ਦੰਦੀਆਂ ਚਿੜਚਿੜਾਈ ਦੀਆਂ ਹਨ। ਉਸਦੇ ਮੂੰਹ ਦੂਜੇ ਪਾਸੇ ਕਰ ਲਿਆ। ਭਾਵੇਂ ਮੈਂ ਉਸ ਲਈ ਨਿਰੋਲ ਹਮਦਰਦੀ ਦੇ ਭਾਵ ਲੈ ਕੇ ਗਿਆ ਸਾਂ, ਪਰ ਉਸ ਉੱਤੇ ਰਤੀ ਵੀ ਅਸਰ ਨਾ ਹੋਇਆ। ਛੱਡ ਪਰੇ, ਵਿਹਲਾ ਪੁਆੜਾ। ਇੱਕ ਖਿਆਲ ਕਰਕੇ ਮੈਂ ਮੁੜਨ ਦੀ ਸਲਾਹ ਕੀਤੀ, ਪਰ ਮੁੜ ਨਾ ਸਕਿਆ। ਪੁੱਤਰੀ, ਜਿਸ ਪਾਸੇ ਉਸਦਾ ਮੂੰਹ ਸੀ ਉਧਰ ਹੋ ਕੇ ਮੈਂ ਕਿਹਾ, ਡਰ ਨਾ, ਮੈਂ ਤੈਨੂੰ ਕੁਝ ਨਹੀਂ ਕਹਿੰਦਾ, ਸਗੋਂ ਤੇਰੀ ਹੋ ਸਕਿਆ ਤਾਂ ਕੁਝ ਮਦਦ ਕਰਾਂਗਾ। ਉਸਨੇ ਜਿਵੇਂ ਕੋਈ ਤਬਕ ਉੱਠਦਾ ਏ ਸਿਰ ਉਤਾਂਹ ਚੱਕ ਕੇ ਮੇਰੇ ਵੱਲ ਤੱਕਿਆ। ਐਤਕੀ ਉਸਦੇ ਚਿਹਰੇ ਉੱਤੇ ਨਫ਼ਰਤ ਦੇ ਥਾਂ ਸ਼ੱਕ ਦੇ ਚਿੰਨ੍ਹ ਸਨ। ਮਾਨੋ ਉਹ ਸੋਚ ਰਹੀ ਸੀ ਕਿ ਜੋ ਕੁਝ ਮੈਂ ਉਸਨੂੰ ਕਿਹਾ ਹੈ ਕਿ ਸੱਚੋਂ ਦਿਲੋਂ ਕਿਹਾ ਹੈ। ਪਰ ਜਾਪਦਾ ਸੀ ਅਜੇ ਵੀ ਉਸਦਾ ਸ਼ੱਕ ਦੂਰ ਨਹੀਂ ਸੀ ਹੋਇਆ। ਉਹ ਇਤਨੀ ਛੇਤੀ ਮੇਰਾ ਵਿਸ਼ਵਾਸ ਨਾ ਕਰ ਸਕੀ। ਮੈਂ ਸੋਚ ਰਿਹਾ ਸਾਂ, ਕਾਸ਼ ਮੈਂ ਆਪਣਾ ਹਰਜ਼ ਕਰਕੇ ਵੀ ਇਸ ਨੂੰ ਕੋਈ ਲਾਭ ਪਹੁੰਚਾ ਸਕਦਾ। ਖਬਰੇ ਵਿਚਾਰੀ ਕਿੰਨਾ ਮੁਸੀਬਤਾਂ ਦਾ ਸ਼ਿਕਾਰ ਹੋ ਕੇ ਰੁਲਦੀ ਫਿਰਦੀ ਹੈ। ਜਵਾਨੀ ਦੀ ਉਮਰ ਤੇ ਉੱਤੋਂ ਸਮਾਂ ਕਿਹੜਾ। ਹੇ ਵਾਹਿਗੁਰੂ, ਇਸ ਦੀ ਰੱਖਿਆ ਕਰ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਬਿਨਾਂ ਸੰਕੋਚ ਮੈਂ ਅਗਾਂਹ ਵਧਿਆ ਤੇ ਉਸਦੇ ਸਿਰ ਤੇ ਉਸਦੇ ਮਿੱਟੀ ਘੱਟੇ ਨਾਲ ਬੁੱਝੇ ਬਣੇ ਹੋਏ ਵਾਲਾਂ ਤੇ ਹੱਥ ਫੇਰਨ ਲੱਗਾ। ਮੇਰੇ ਮੂੰਹੋਂ ਇੰਨਾ ਹੀ ਨਿਕਲਿਆ, ਓ ਬਦਨਸੀਬ ਬੱਚੀ। ਉਹ ਇਸ ਵਾਰ ਡਾਢੀ ਡਰੀ, ਕਹਿਰ ਭਰੀ ਨਜ਼ਰ ਨਾਲ ਮੇਰੇ ਵੱਲ ਤੱਕੀ ਤੇ ਇਸ ਤੋਂ ਬਾਅਦ ਸ਼ਾਇਦ ਨੱਸ ਜਾਣ ਦੇ ਖਿਆਲ ਨਾਲ ਆਪਣੇ ਸੱਜੇ ਖੱਬੇ ਛੇਤੀ ਛੇਤੀ ਝਾਕਣ ਲੱਗੀ। ਪਰ ਜਿਉਂ-ਜਿਉਂ ਮੇਰਾ ਹੱਥ ਉਸਦੇ ਸਿਰ ਤੇ ਫਿਰਦਾ ਜਾਂਦਾ ਸੀ, ਉਸਦੇ ਭਾਵ ਹੌਲੀ-ਹੌਲੀ ਬਦਲਦੇ ਜਾਂਦੇ ਸਨ। ਉਸਦੀ ਚੰਚਲਤਾ ਪੈਰੋਂ ਪੈਰ ਘਟ ਰਹੀ ਸੀ, ਜਿਵੇਂ ਉਸਨੂੰ ਕੋਈ ਨਿੱਘ ਜਿਹਾ ਆ ਰਿਹਾ ਹੋਵੇ। ਉਸਦੀਆਂ ਥਰਕਦੀਆਂ ਅੱਖਾਂ ਨਿਉ ਗਈਆਂ। ਤਮਤਮਾ ਦਾ ਚਿਹਰਾ ਗੰਭੀਰ ਹੋ ਗਿਆ। ਉਸਦੇ ਹੱਥਾਂ, ਉਂਗਲਾਂ ਤੇ ਬਾਹਾਂ ਦੀ ਤਣਾਵਟ ਢਿੱਲੀ ਹੋ ਗਈ। ਉਹ ਮੇਰੇ ਨਾਲ ਲੱਗਦੀ ਜਾਂਦੀ ਸੀ। ਮੈਂ ਅਜੇ ਤੱਕ ਉਸਦੇ ਜੀਵਨ ਦੀਆਂ ਕਲਪਤ ਤਸਵੀਰਾਂ ਦੇਖਦਾ ਹੋਇਆ ਆਪਣੇ ਖਿਆਲ ਵਿੱਚ ਮਗਨ ਸਾਂ। ਕੇਵਲ ਹੌਲੀ-ਹੌਲੀ ਮੇਰੇ ਬੁੱਲ੍ਹਾਂ 'ਚੋਂ ਨਿਕਲਿਆ, ਬਦਨਸੀਬ ਬੱਚੀ। ਮੇਰੇ ਖਿਆਲਾਂ ਨੇ ਮੋੜਾ ਖਾਧਾ ਤੇ ਇਸ ਵੇਲੇ ਮੈਂ ਜੋ ਕੁਝ ਡਿੱਠਾ ਉਸਨੂੰ ਸਾਰੀ ਉਮਰ ਨਹੀਂ ਭੁੱਲ ਸਕਾਂਗਾ। ਮੇਰੇ ਲੱਕ ਦੁਆਲੇ ਬਾਹਾਂ ਲਪੇਟ ਕੇ, ਮੇਰੇ ਸੀਨੇ ਨਾਲ ਸਿਰ ਜੋੜ ਕੇ ਉਹ ਮੈਨੂੰ ਲਿਪਟੀ ਹੋਈ ਸੀ ਤੇ ਰੋ ਰਹੀ ਸੀ। ਉਸਦੇ ਮੂੰਹੋਂ ਘੜੀ ਮੁੜੀ ਨਿਕਲਦਾ ਸੀ, ਬਾਪੂ ਜੀ ਮੈਨੂੰ ਲੈ ਜਾਓ, ਬਾਪੂ ਜੀ ਮੈਨੂੰ ਲੈ ਜਾਓ। ਉਪਰੋਕਤ ਵਾਕ ਕਹਿਣ ਵੇਲੇ ਸ਼ਬਦ ਉਹ ਸ਼ੁਦੈਣ ਸੱਚਮੁੱਚ ਮੈਨੂੰ ਬਾਪੂ ਹੀ ਸਮਝ ਰਹੀ ਸੀ ਤੇ ਆਪਣੇ ਆਪ ਨੂੰ 2 ਦਿਨਾਂ 3 ਵਰ੍ਹਿਆਂ ਦੀ ਬਾਲੜੀ। ਕਿਉਂਕਿ ਇਹਨਾਂ ਸ਼ਬਦਾਂ ਨੂੰ ਉਹ ਉਸੇ ਲਹਿਜੇ ਵਿੱਚ ਕਹਿ ਰਹੀ ਸੀ ਜਿਸ ਵਿੱਚ ਕੋਈ ਨਿਆਣਾ ਬਾਲ ਕਹਿੰਦਾ ਏ। ਲੋਕੀ ਕਹਿੰਦੇ ਹਨ, ਮੇਰਾ ਵੀ ਘੜੀ ਤੋਂ ਪਹਿਲਾਂ ਇਹ ਖਿਆਲ ਸੀ ਕਿ ਵਾਤਸਲ ਮਨੁੱਖ ਨੂੰ ਆਪਣੀ ਸੰਤਾਨ ਪਾਸੋਂ ਹੀ ਮਿਲ ਸਕਦਾ ਏ, ਬੇਗਾਨੀ ਸੰਤਾਨ ਤੋਂ ਨਹੀਂ। ਪਰ ਇਸ ਓਪਰੀ ਤੇ ਅਣਜਾਣ ਬੱਚੀ ਦੀ ਇੱਕੋ ਚੀਕ, ਬਾਪੂ ਜੀ ਮੈਨੂੰ ਲੈ ਜਾਓ, ਨੇ ਮੇਰਾ ਉਪਰੋਕਤ ਖਿਆਲ ਗਲਤ ਸਾਬਿਤ ਕਰ ਦਿੱਤਾ। ਬਸ ਪੁੱਤਰੀ, ਰੋ ਨਾ ਮੇਰੀ ਬੱਚੀ, ਆ ਮੇਰੇ ਨਾਲ ਚੱਲ, ਮੈਂ ਉਸਦੇ ਅੱਥਰੂ ਪੂੰਝਦਿਆਂ ਹੋਇਆ ਕਿਹਾ। ਉਸਨੇ ਮੈਨੂੰ ਛੱਡ ਦਿੱਤਾ
ਤੇ ਫਿਰ ਬਿਤਰ ਮੇਰੇ ਮੂੰਹ ਵੱਲ ਤੱਕਣ ਲੱਗ ਪਈ। ਉਸੇ ਤਰ੍ਹਾਂ ਜਿਕਣ ਕੋਈ ਬੱਚਾ ਆਪਣੀ ਮਾਂ ਦੇ ਭੁਲੇਖੇ ਕਿਸੇ ਹੋਰ ਗਊ ਦੇ ਮਗਰ ਲੱਗ ਤੁਰਿਆ ਹੋਵੇ ਤੇ ਮਗਰੋਂ ਉਸਨੂੰ ਆਪਣੀ ਭੁੱਲ ਦੀ ਸੋਝੀ ਆ ਗਈ ਹੋਵੇ। ਮੇਰੇ ਚਿਹਰੇ ਨੂੰ ਉਹ ਬੜੇ ਡੂੰਘੇ ਗੌਰ ਨਾਲ ਤੱਕ ਰਹੀ ਸੀ। ਇਹ ਚਿਹਰਾ ਭਾਵੇਂ ਓਪਰਾ ਸੀ, ਉਸਦੇ ਬਾਪੂ ਦਾ ਨਹੀਂ ਸੀ, ਪਰ ਸ਼ਾਇਦ ਇਹੋ ਕਾਰਨ ਸੀ ਉਹ ਬਿਨਾਂ ਸੰਕੋਚ ਮੇਰੇ ਨਾਲ ਹੀ ਹੋ ਤੁਰੀ। ਇਸ ਵੇਲੇ ਉਸਦੇ ਚਿਹਰੇ ਤੇ ਪਾਗਲਪੁਣੇ ਦਾ ਕੋਈ ਚਿੰਨ੍ਹ ਨਹੀਂ ਸੀ ਦਿਸਦਾ। ਕੇਵਲ ਇੱਕੋ ਹੀ ਗੱਲ ਮੈਨੂੰ ਉਸਦੇ ਪਾਗਲ ਹੋਣ ਦਾ ਸ਼ੱਕ ਪਾਉਂਦੀ ਸੀ, ਜਿਹੜਾ ਉਹ ਬੋਲਦੀ ਨਹੀਂ ਸੀ। ਦੋਸਤੋ, ਕਹਾਣੀ ਦਾ ਬਾਕੀ ਹਿੱਸਾ ਤੁਸੀਂ ਸੁਣੋਗੇ ਭਾਗ 3 ਵਿੱਚ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਜ਼ਰੂਰ ਕਰੋ। ਧੰਨਵਾਦ ਜੀ।